ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗਰਿਮਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਖੰਨਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ। ਬੱਬਰ ਖਾਲਸਾ ਨਾਲ ਜੁੜੇ ਅਤੇ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਅੰਮ੍ਰਿਤਪਾਲ, ਪ੍ਰਗਟ ਸੇਖੋ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਦਾ ਇਹ ਆਪਰੇਸ਼ਨ ਕਰੀਬਨ 1.5 ਮਹੀਨਾ ਚੱਲਿਆ, ਜਿਸ ਵਿੱਚ ਕਰੀਬਨ 13 ਗੈਂਗਸਟਰਾਂ ਨੂੰ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਗਏ। ਵਿਦੇਸ਼ਾਂ 'ਚ ਬੈਠੇ ਇਹ ਗੈਂਗਸਟਰ ਵਿਅਕਤੀਆਂ ਨੂੰ ਸ਼ਾਰਪ ਸ਼ੂਟਰ ਬਣਾ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ ਕਰਵਾਉਣਾ ਚਾਹੁੰਦੇ ਸੀ। ਪੰਜਾਬ ਦੇ 5 ਵੱਡੇ ਚਿਹਰਿਆਂ ਨੂੰ ਜਾਨੋਂ ਮਾਰਨ ਦੀ ਤਿਆਰੀ 'ਚ ਸੀ ਇਹ ਸ਼ਾਰਪ ਸ਼ੂਟਰ। ਪਹਿਲਾਂ ਹੀ ਖੰਨਾ ਪੁਲਿਸ ਨੇ ਇਸ ਗੈਂਗ ਨੂੰ ਨੱਥ ਪਾ ਲਈ। ਇਸ ਬਾਰੇ ਆਈਜੀ ਆਸ਼ੂਤੋਸ਼ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਉੱਥੇ ਹੀ ਡੀਜੀਪੀ ਪੰਜਾਬ ਦੇ ਟਵੀਟ ਰਾਹੀਂ ਇਸ ਸਾਰੀ ਜਾਣਕਾਰੀ ਨੂੰ ਸਾਂਝਾ ਕੀਤਾ। ਕੀਤੀ ਗਈ ਖੇਡ ਦਾ ਰਹਿਣ ਵਾਲਾ ਸੀ। ਇਹਨਾਂ ਦੋਨਾਂ ਨੂੰ ਅਰੈਸਟ ਕੀਤਾ। ਰਮੇਸ਼ ਦੇ ਕੋਲੋਂ ਇੱਕ 315 ਬੋਰ ਦਾ ਕੱਟਾ ਮਿਲਿਆ, ਜਿਹੜਾ ਤੁਸੀਂ ਦੇਖਿਆ ਹੋਇਆ ਪਹਿਲੇ ਨੰਬਰ ਤੇ ਰੱਖਿਆ, ਤੇ 2 ਰਾਉਂਡ ਜਿਹੜੇ ਨੇ 315 ਬੋਰ ਦੇ ਉਹਦੇ ਕੋਲੋਂ ਰਿਕਵਰ ਹੋਏ। ਇਸੇ ਤਰੀਕੇ ਸੇ ਮਹਿੰਦਰ ਏਲੀਅਸ ਡੀਕੇ ਜਿਹੜਾ ਹੈ, ਇਹਦੇ ਕੋਲ ਇੱਕ 32 ਬੋਰ ਦਾ ਜਿਹੜਾ ਹੈ ਪਿਸਟਲ ਮਿਲਿਆ ਹੈ, ਤੇ ਨਾਲ ਜਿਹੜੇ 8 ਰਾਉਂਡ ਮਿਲੇ। ਇਹਦੇ ਕਰਕੇ ਜੋ ਹੈ ਇਹ ਲੋਕਲ ਮੇਡ ਹੈ ਕਿ ਨਹੀਂ, ਇਹ ਤੁਹਾਡੇ ਕੋਲ ਨਹੀਂ ਹੈ ਜੀ, ਜਿਹੜੇ ਇੱਥੇ ਲੋਕਲੀ ਇਹਨਾਂ ਨੇ ਪ੍ਰੋਕਿਓਰ ਕੀਤੇ ਹੈ। ਔਰ ਇਹਨਾਂ ਦੀ ਪੁੱਛਗਿੱਛ ਜਦੋਂ ਸ਼ੁਰੂ ਹੋਈ ਤੇ ਇਹਦੇ ਤੇ ਖੁਲਾਸੇ ਹੋਣੇ ਸ਼ੁਰੂ ਹੋਏ ਕਿ ਇਹ ਬੰਦੇ ਜਿਹੜੇ ਨੇ, ਇਹਨਾਂ ਦੇ ਇੱਕ ਗੈਂਗਸਟਰ ਜੋ ਯੂਐਸਏ ਵਿੱਚ ਬੈਠਾ ਹੈ ਅੰਮ੍ਰਿਤਪਾਲ, ਜੋ ਬੁਲੰਦ ਦਾ ਰਹਿਣ ਵਾਲਾ ਹੈ, ਔਰ So this was a sustained operation. In fact मुझे लगता है कि आपको हमारी टीम के शॉट्स लेने चाहिए, जिन्होंने इतने कुछ चाय पानी पिलाए आप लोग? हाँ जी चाय। इन्होंने वैसे अच्छी रिकवरी करी है जी, ड्रग्स के ऊपर भी ते चाइना डोर ते हुण इन्होंने 21 केस हो गए टोटल, ते 186 के करीब इन्होंने रिकवर भी कर ले हैं, जेडे रील रूल कट्टू होंगे हैं। तो लगातार इस पे भी कार्रवाई देखो, इसमें किसी किस्म की कोई छूट नहीं है। मैं तो सारे पेरेंट्स को क्या है, पुलिस वाले भी अगर ये चीज़ कर रहे हैं और गलत है, दे विल ऑल्सो फेस दी म्यूजिक। कल जे फड़े जाते हैं उन्होंने बच्चे भी, तो वी विल नॉट। एक संदीप सिंह इलियास शैली ਜਿਹੜਾ ਕਾਲਗੜ ਅਮਲੋ ਦਾ ਰਹਿਣ ਵਾਲਾ, ਇਹਨਾਂ ਦਾ ਸਾਥੀ ਸੰਦੀਪ ਸਿੰਘ ਇਲਿਆਸ ਸ਼ੈਲੀ। ਹਾਂਜੀ ਹਾਂਜੀ, ਇਹ ਸਾਰਾ ਹੈ ਜੀ। ਸੈਕੰਡ ਗੁਰਜੰਟ ਸਿੰਘ ਜੈਂਟੀ ਜਿਹੜਾ ਹੈ ਬੁਲੇਪੁਰ ਦਾ ਰਹਿਣ ਵਾਲਾ ਹੈ, ਸਮੇਤ ਇੱਕ ਸੁਖਬੀਰ ਸਿੰਘ ਜਿਹੜਾ ਹੈ ਜੋ ਕਿ ਬੁਲੇਪੁਰ ਦਾ ਹੀ ਰਹਿਣ ਵਾਲਾ ਹੈ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਔਰ ਇਹ ਬੰਦਿਆਂ ਨੂੰ ਬੁਲੇਪੁਰ ਤੋਂ ਅਰੈਸਟ ਕਰਕੇ ਔਰ ਸੁਖਬੀਰ ਕੋਲੋਂ ਇੱਕ 9mm ਦਾ ਵੈਪਨ ਤੇ 20 ਰਾਉਂਡ ਜਿਹੜੇ ਪੁਲਿਸ ਵੱਲੋਂ ਰਿਕਵਰ ਕੀਤੇ ਗਏ। ਸੋ ਇਹ ਇੱਕ ਬੰਦੇ ਜਿਹੜੇ ਨੇ ਇੱਥੇ ਸੰਦੀਪ ਸਿੰਘ ਸ਼ੈਲੀ ਤੇ ਗੁਰਜੰਟ ਜੈਂਟੀ, ਇਹਨਾਂ ਦੇ ਲਿੰਕ ਜਿਹੜੇ ਸਿੱਧੇ ਅੰਮ੍ਰਿਤਪਾਲ ਤੇ ਹੋਰ ਵੀ ਜਿਹੜੇ ਅਲੱਗ-ਅਲੱਗ ਟਾਈਪ ਦੇ ਬੰਦੇ ਜਿਹੜੇ ਨੇ ਟੈਰਰਿਸਟ ਟਾਈਪ ਦੇ, ਉਹਨਾਂ ਨਾਲ ਪਾਏ ਗਏ। ਔਰ ਇਸ ਬਿਨਾਂ ਦੇ ਵਿੱਚ ਅੱਗੇ ਤਫਤੀਸ਼ ਜਿਹੜੀ ਹੈ ਤੋਰੀ ਗਈ। ਤੋਂ ਇਹਨਾਂ ਦੀ ਪੁੱਛਗਿੱਛ ਔਰ ਡਿਟੇਲਡ ਜਿਹੜੀ ਹੈ ਐਨਾਲਿਸਿਸ ਤੋਂ 18/12 ਨੂੰ 3 ਹੋਰ ਸ਼ਖਸ ਜਿਹੜੇ ਨੇ ਸਾਡੀ ਜਿਹੜੇ ਗਿਰਫਤ ਵਿੱਚ ਆਏ। ਇਹਨਾਂ ਵਿੱਚੋਂ ਇੱਕ ਹਰਸਿਮਰਨਜੀਤ ਸਿੰਘ ਸੇਮਾ ਕਰਕੇ ਹੈ, ਜਿਹੜਾ ਕਿ ਵੈਪਨ ਅਕਸਰ ਜਿਹੜਾ ਹੈ ਮੱਧ ਪ੍ਰਦੇਸ਼ ਵਾਲੀ ਸਾਈਡ ਤੋਂ ਲੱਗ ਕਰਕੇ ਇਸ ਗਰੁੱਪ ਨੂੰ, ਗੋਲਡੀ ਬਰਾੜ ਅੰਮ੍ਰਿਤਪਾਲ ਦੇ ਗਰੁੱਪ ਨੂੰ ਦਿੱਤਾ ਸੀ, ਜੱਗੂ ਭਗਵਾਨਪੁਰੀਆ ਦੇ ਗੈਂਗ ਨੂੰ। ਔਰ ਇਹ ਪਿੱਛੇ ਪਾਇਆ ਗਿਆ ਕਿ ਇਹ ਫੇਰਾ ਵਾਰੀਆ ਪਿੰਡ ਅਜਨਾਲਾ ਸਾਈਡ ਦਾ ਰਹਿਣ ਵਾਲਾ ਹੈ। ਇਹ ਦੱਸਿਆ ਕਿ ਇਹਨੇ ਇੱਕ ਹਥਿਆਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਦਿੱਤਾ ਹੈ। ਉਹਦੇ ਬੇਸਿਸ ਤੇ ਸ਼ਮਸ਼ੇਰ ਸ਼ੇਰਾ ਦੀ ਪੁੱਛਗਿੱਛ ਔਰ ਤਲਾਸ਼ੀ ਤੇ ਇੱਕ 32 ਬੋਰ ਦਾ ਪਿਸਟਲ ਤੇ 4 ਰਾਉਂਡ 18 ਤਾਰੀਖ ਨੂੰ ਰਿਕਵਰ ਹੋਏ। ਇਹਦੇ ਹੀ ਸਾਥੀ ਇੱਕ ਪ੍ਰਿੰਸ ਚਾਰਲਸ ਹੈ, ਜਿਹੜਾ ਕਿ ਉੱਥੇ ਦਾ ਲੋਕਲ ਰਹਿਣ ਵਾਲਾ ਸੀ, ਉਹਨੂੰ ਵੀ ਇਸ ਕੇਸ ਵਿੱਚ ਅਰੈਸਟ ਕੀਤਾ ਗਿਆ। ਪ੍ਰਿੰਸ ਚਾਰਲਸ ਜਿਹੜਾ ਹੈ ਲੋਕਲੀ ਇਹਨਾਂ ਨੂੰ ਐਮੂਨੀਸ਼ਨ ਲੈ ਕਰਕੇ ਔਰ ਇਹਨਾਂ ਨੂੰ ਸਪਲਾਈ ਕਰਦਾ ਸੀ, ਜਿਹੜੇ ਹਥਿਆਰ ਹਰਸਿਮਰਨ ਸਿੰਮਾ ਜਿਹੜਾ ਲੈ ਕਰਕੇ ਆਂਦਾ ਹੁੰਦਾ ਸੀ ਆਪਣੇ ਸਾਥ। ਇਹਦੇ ਸਾਰੇ ਪੈਸੇ ਜਿਹੜੇ ਪਾਏ ਗਏ ਕਿ ਪਿੱਛੇ ਅੰਮ੍ਰਿਤਪਾਲ ਇਹਨਾਂ ਨੂੰ ਅਰੇਂਜ ਕਰਕੇ ਔਰ ਇਹਨਾਂ ਨੂੰ ਜਿਹੜਾ ਹੈ ਮੋਟੀਵੇਟ ਕਰਕੇ ਅਰੇਂਜ ਕਰਵਾਉਂਦਾ ਸੀ। ਸੋ ਇਹਦੀ ਜਿਹੜੀ ਪੁੱਛਗਿੱਛ ਜਦੋਂ ਹੋਈ ਤੇ ਹਰਸਿਮਰਨ ਸਿੰਮਾ ਦੀ ਜਿਹੜੀ ਹੈ ਨਿਸ਼ਾਨਦੇਹੀ ਤੇ ਇੱਕ 32 ਬੋਰ ਦਾ ਹੋਰ ਪਿਸਟਲ ਤੇ 19 ਰਾਉਂਡ ਪੁਲਿਸ ਵੱਲੋਂ ਇਹਦੇ ਕੋਲੋਂ ਰਿਕਵਰ ਕੀਤੇ ਗਏ, ਜਿਹੜੇ ਬਟਾਲਾ ਸ਼ਹਿਰ ਦੇ ਵਿੱਚੋਂ ਕਰੇ ਗਏ। ਇਹਨਾਂ ਦੀ ਫਿਰ ਅੱਗੇ ਤਫਤੀਸ਼ ਦੇ ਵਿੱਚ 24/12 ਨੂੰ ਇੱਕ ਸ਼ਖਸ ਸ਼ਰਬਜੀਤ ਸਿੰਘ ਸਾਬੀ ਜਿਹੜਾ ਹੈ, ਇਹਨੂੰ ਜਿਹੜਾ ਹੈ ਪੁਲਿਸ ਵੱਲੋਂ ਫੜਿਆ ਗਿਆ, ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ। ਔਰ ਇਹਦੇ ਤੇ ਪਾਇਆ ਗਿਆ ਕਿ ਅਕਸਰ ਜਿਹੜੇ ਅਲੱਗ-ਅਲੱਗ ਸ਼ਹਿਰਾਂ ਤੋਂ ਗਨ ਹਾਊਸਿਸ ਤੋਂ ਇਹ ਐਮੂਨੀਸ਼ਨ ਇਸ ਗਰੁੱਪ ਨੂੰ ਅਰੇਂਜ ਕਰਾ ਕਰਕੇ ਦਿੰਦਾ ਸੀ। ਔਰ ਇਸ ਬਿਨਾਂ ਦੇ ਵਿੱਚ ਇਹਦੀ ਜਿਹੜੀ ਹੈ ਅਰੈਸਟ ਪਾਈ ਗਈ। 25 ਤਾਰੀਖ ਨੂੰ ਇਹਦੀ ਪੁੱਛਗਿੱਛ ਔਰ ਡਿਟੇਲਡ ਪੁੱਛਗਿੱਛ ਹਰਸਿਮਰਨ ਦੀ ਹੋਣ ਤੇ ਇੱਕ ਦਲਜੀਤ ਕੌਰ ਇਲੀਅਸ ਮਾਨੋ ਕਰਕੇ ਅੰਮ੍ਰਿਤਪਾਲ ਦੇ ਨਾਲ ਬਹੁਤ ਲੰਬੇ ਸਮੇਂ ਸੇ ਐਸੋਸੀਏਟ ਲੇਡੀ ਰਹੀ ਹੈ, ਜੋ ਕਿ ਝਾੜੂ ਨੰਗਲ ਬਾਬਾ ਬਕਾਲਾ ਦੇ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਹੈ।
ਉਹਨੂੰ ਅਰੈਸਟ ਕਰਿਆ ਗਿਆ ਔਰ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਦੀ ਪੁੱਛਗਿੱਛ ਤੋਂ ਇਹ ਪਾਇਆ ਗਿਆ ਕਿ ਵੀ ਉਹ ਅਕਸਰ ਜਿਹੜੇ ਹੈ ਅੰਮ੍ਰਿਤਪਾਲ ਵੱਲੋਂ ਭੇਜੇ ਗਏ ਪੈਸੇ ਇਸ ਗਰੁੱਪ ਤੱਕ ਪਹੁੰਚਾਉਂਦੀ ਹੈ ਔਰ ਅੱਗੇ ਜਿਹੜਾ ਇਹਨਾਂ ਦੇ ਕਮਿਊਨੀਕੇਸ਼ਨ ਨੈਟਵਰਕ ਦੇ ਤੌਰ ਤੇ ਕੰਮ ਕਰਦੀ ਹੈ, ਇਹਨਾਂ ਦੇ ਮੈਸੇजेस ਪਹੁੰਚਾਉਂਦੀ ਹੈ। ਇਸ ਬਿਨਾਂ ਦੇ ਵਿੱਚ ਜਿਹੜਾ ਹੈ ਅੱਗੇ 8 ਜਨਵਰੀ ਨੂੰ ਫਾਈਨਲੀ ਹੁਣ ਲੇਟੈਸਟ 2 ਅਰੈਸਟ ਹੋਈ ਹੈ, ਜਿਹੜੇ ਵਿੱਚ ਵਾਰਿਸ ਅਲੀ ਤੇ ਰਫੀ, ਇਹ 2 ਸ਼ਖਸ ਜਿਹੜੇ ਮਲੇਰਕੋਟਲਾ ਤੋਂ ਅਰੈਸਟ ਹੋਏ ਹੈ ਔਰ ਇਹਨਾਂ ਕੋਲੋਂ ਹਾਲੇ ਰਿਕਵਰੀ ਨਹੀਂ ਹੋਈ, ਪਰ ਇਹ ਪਾਇਆ ਗਿਆ ਕਿ ਰਫੀ ਜਿਹੜਾ ਹੈ ਇਹ ਇਨੀਸ਼ੀਅਲੀ ਜਿਹੜੇ 2 ਸ਼ਖਸ ਜੋ ਰਮੇਸ਼ ਔਰ ਮਹਿੰਦਰ, ਇਹ ਜਦੋਂ ਯਮੁਨਾ ਨਗਰ ਤੋਂ ਇੱਕ ਬੰਦਾ ਕੁਲਦੀਪ ਕਰਕੇ ਸੀ ਉਹਨੂੰ ਟਾਰਗੇਟ ਕਰ ਰਹੇ ਸੀ ਔਰ ਉਸ ਵੇਲੇ ਸਫਲ ਨਹੀਂ ਹੋ ਸਕੇ। ਕਾਫੀ ਦਿਨ ਇਹਨਾਂ ਨੇ ਰੈਕੀ ਕੀਤੀ ਔਰ ਉਸ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਜਿਹੜਾ ਹੈ ਟਾਰਗੇਟ ਕਰੀਏ। ਉਸ ਵੇਲੇ ਰਫੀ ਇਨੀਸ਼ੀਅਲੀ ਜਿਹੜਾ ਹੈ ਐਜ਼ ਸੈਕੰਡ ਮੈਂਬਰ ਉਸ ਮੋਡਿਊਲ ਦਾ ਐਜ਼ ਸ਼ੂਟਰ ਸ਼ਾਮਲ ਹੋਇਆ ਸੀ ਤੇ ਪਰ ਬਾਅਦ ਵਿੱਚ ਉਹ ਬੈਕ ਆਊਟ ਕਰਕੇ ਉੱਥੋਂ ਵਾਪਸ ਆ ਗਿਆ ਸੀ ਆਪਣੇ ਜਿਹੜੇ ਹੈਂਡਲਰ ਵਾਰਿਸ਼ ਕੋਲ ਔਰ ਉਹਦੀ ਜਗ੍ਹਾ ਅੰਮ੍ਰਿਤਪਾਲ ਵੱਲੋਂ ਇੱਕ ਬੰਦਾ ਰਮੇਸ਼ ਜਿਹੜਾ ਜੋ ਬਾੜਮੇੜ ਵਾਲਾ ਹੈ ਉਹਨੂੰ ਭੇਜਿਆ ਗਿਆ ਸੀ ਔਰ ਜਦੋਂ ਇਹ ਉੱਥੇ ਸਫਲ ਨਹੀਂ ਹੋਏ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਹਨਾਂ ਨੂੰ ਬਟਾਲਾ ਜਾ ਕਰਕੇ ਨਵਾਂ ਟਾਰਗੇਟ ਦੇਣ ਦੀ ਗੱਲ ਕਹੀ ਗਈ ਸੀ। ਸੋ ਓਵਰਆਲ ਜਿਹੜਾ ਹੈ ਇਸ ਸਾਰੇ ਮੋਡਿਊਲ ਦੇ ਵਿੱਚ ਸਾਡੀ ਜਿਹੜੀ ਹੈ ਜੋ ਇੱਥੇ ਦੀ ਪੁਲਿਸ ਪਾਰਟੀ ਹੈ, ਐਸਐਸਪੀ ਸਾਹਿਬ ਹੈ, ਰਿਆਮਾ ਹਰੀਸ਼ ਜੀ, ਮੈਡਮ ਜਿਹੜੀ ਹੈ ਪ੍ਰਗਿਆ ਜੈਨ, ਇਹਨਾਂ ਦੇ ਜਿਹੜੇ ਡੀਐਸਪੀ ਸਾਹਿਬ ਨੇ ਜਸ਼ਨ, ਉਹਨਾਂ ਵੱਲੋਂ ਤੇ ਸੀਆਈਏ ਟੀਮ ਹੈ, ਇਹਨਾਂ ਦੀ ਜਿਹੜੀ ਆਪਰੇਸ਼ਨਲ ਟੀਮ ਹੈ, ਸਾਡੀ ਇੰਟੈਲੀਜੈਂਸ ਐਸਐਸਓਸੀ ਦੀ ਟੀਮ, ਸਾਰਿਆਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਕੀਤੀ ਹੈ ਔਰ ਕੁੱਲ ਹੁਣ ਤੱਕ 5 ਹਥਿਆਰ ਜਿਹੜੇ ਤੁਸੀਂ ਦੇਖ ਰਹੇ ਹੋ ਸਮੇਤ 53 ਜਿਹੜੇ ਕਾਰਟ੍ਰਿਜਸ ਉਹ ਬਰਾਮਦ ਹੋਏ। ਇਹਨਾਂ ਵਿੱਚੋਂ ਇੱਕ 9mm ਦਾ ਪਿਸਟਲ, 3 32 ਬੋਰ ਦੇ ਪਿਸਟਲ ਤੇ ਇੱਕ ਜਿਹੜਾ 315 ਬੋਰ ਦਾ ਕੱਟਾ ਜਿਹੜਾ ਇਹ ਰਿਕਵਰ ਹੋਇਆ ਹੈ ਤੇ ਇੱਕ ਮੋਟਰਸਾਈਕਲ ਜਿਹੜੀ ਇਹਨਾਂ ਕੋਲੋਂ ਰਿਕਵਰ ਹੋਈ ਹੈ ਔਰ ਜਿਹੜੇ ਇਹਨਾਂ ਦੇ ਕੋਲ ਐਵੀਡੈਂਸਿਸ ਹੈ ਹਾਲੇ ਕਲੈਕਟ ਕੀਤੇ ਜਾ ਰਹੇ ਹਨ। ਕੁੱਲ ਮਿਲਾ ਕਰਕੇ ਇਸ ਮੋਡਿਊਲ ਦੇ ਵਿੱਚ ਹਾਲੇ ਤੱਕ 13 ਬੰਦੇ ਜਿਹੜੇ ਨੇ ਹੁਣ ਤੱਕ ਅਰੈਸਟ ਕਰ ਲਏ ਗਏ। ਇੱਕ ਤਰੀਕੇ ਸੇ ਇਹ ਵੱਡਾ ਜਿਹੜਾ ਹੈ ਡੈਂਟ ਹੈ ਜਿਹੜਾ ਅੰਮ੍ਰਿਤਪਾਲ ਔਰ ਗੋਲਡੀ ਬਰਾੜ ਗਰੁੱਪ ਜਿਹੜਾ ਹੈ ਹੁਣ ਨਵੇਂ ਸਿਰਿਓਂ ਟਾਰਗੇਟਡ ਕਿਲਿੰਗਸ ਕਰਨਾ ਚਾਹੁੰਦਾ ਸੀ, ਸੁਪਾਰੀ ਕਿਲਿੰਗਸ ਦੇ ਵਿੱਚ ਇੰਡਲਜ ਕਰ ਰਿਹਾ ਸੀ, ਉਸ ਨੂੰ ਜਿਹੜਾ ਇਹਨਾਂ ਨੇ ਬੇਨਕਾਬ ਕਰਿਆ ਔਰ ਕਾਫੀ ਲੰਬਾ ਜਿਹੜਾ ਹੈ ਆਪਰੇਸ਼ਨ ਬਹੁਤ ਚੰਗੀ ਤਰੀਕੇ ਸੇ ਜਿਹੜਾ ਹੈ ਇਸ ਨੂੰ ਚਲਾਇਆ ਹੈ। ਹਾਲੇ ਜਿਹੜੇ ਇਹਦੇ ਵਿੱਚ ਕੁਝ ਮੇਨ ਬੰਦੇ ਜਿਹੜੇ ਨਾਮਜ਼ਦ ਹੋਏ ਹੈ ਉਹਨਾਂ ਵਿੱਚੋਂ ਅੰਮ੍ਰਿਤਪਾਲ ਜਿਹੜਾ ਕਿ ਯੂਐਸਏ ਦਾ ਰਹਿਣ ਵਾਲਾ ਹੈ, ਹਾਲ ਪਿੱਛੇ ਜਿਹੜਾ ਹੈ ਇਹ ਮਾਡਲ ਟਾਊਨ ਪੁਲਤ ਦਾ ਰਹਿਣ ਵਾਲਾ ਹੈ, ਜੱਗੂ ਭਗਵਾਨਪੁਰੀਆ ਪ੍ਰਗਟ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੈ, ਹਾਲ ਇੰਗਲੈਂਡ ਰਹਿ ਰਿਹਾ ਹੈ, ਇੱਕ ਜੈਕ ਰਾਜਸਥਾਨ ਦਾ ਹੈ ਜਿਹੜਾ ਕਿ ਦੀਪਕ ਟੀਨੂ ਜਦੋਂ ਭੱਜਿਆ ਸੀ ਇਸਨੇ ਸਾਰਾ ਇਨੀਸ਼ੀਅਲੀ ਉਹਨੂੰ ਅਰੇਂਜ ਕਰਕੇ ਜਿਹੜਾ ਹੈਲਪ ਅਰੇਂਜ ਕੀਤੀ ਸੀ ਮਾਨਸਾ ਤੋਂ ਜਦੋਂ ਭੱਜਿਆ। ਇੱਕ ਪ੍ਰਮੋਦ ਬ੍ਰਾਹਮਣ ਜਿਹੜਾ ਹੈ ਇਹ ਅੰਮ੍ਰਿਤਸਰ ਦਾ ਆਈਡੈਂਟੀਫਾਈ ਹੋਏ ਹੈ। ਇਹਨਾਂ ਸਾਰਿਆਂ ਦੀ ਅਰੈਸਟ ਲਈ ਹਾਲੇ ਉਪਰਾਲੇ ਕੀਤੇ ਜਾ ਰਹੇ ਔਰ ਸਾਨੂੰ ਉਮੀਦ ਹੈ ਕਿ ਵੀ ਇਹਦੇ ਵਿੱਚ ਜੋ ਵੀ ਹੋਰ ਜਿਹੜੀ ਲੀਡਸ ਹੈ ਉਹਨਾਂ ਤੇ ਸਾਰਿਆਂ ਤੇ ਕੰਮ ਕਰਦੇ ਹੋਏ ਅਸੀਂ ਜੋ ਬਾਕੀ ਰਹਿੰਦੇ ਸ਼ਖਸ ਹੈ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਾਂਗੇ। ਸਰ ਕਿੰਨੇ ਅਰੈਸਟ ਹੋਏ ਨੇ? ਹਾਲੇ ਤੱਕ 13 ਜਿਹੜੇ ਸ਼ਖਸ ਇਹਦੇ ਵਿੱਚ ਟੋਟਲ ਅਰੈਸਟ ਹੋ ਚੁੱਕੀਆਂ ਨੇ ਔਰ ਹਾਲੇ ਜਿਹੜੇ ਬਚੇ ਹੋਏ ਬੰਦੇ ਉਹਨਾਂ ਤੇ ਛਾਪੇਮਾਰੀਆਂ ਔਰ ਉਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ। ਤੇ ਇਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਨੂੰ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹਦੇ ਵਾਰੰਟ ਜਾਰੀ ਕੀਤੇ ਨੇ। ਅੰਮ੍ਰਿਤਪਾਲ ਦੇ ਬਾਰੇ ਜਿਹੜਾ ਹੈ ਦੇਖੋ ਇਹਦੇ ਵਿੱਚ ਜੋ ਵੀ ਇਹਨਾਂ ਦੀ ਜਿਹੜੀ ਐਵੀਡੈਂਸਿਸ ਹੈ ਸਾਰੇ ਕਲੈਕਟ ਕਰਕੇ ਔਰ ਇਕੱਠਾ ਜਿਹੜਾ ਹੈ ਉਹਦਾ ਰੈੱਡ ਕਾਰਨਰ ਨੋਟਿਸ ਔਰ ਜੋ ਵੀ ਉਹਦੀ ਐਕਸਟ੍ਰਾਡੀਸ਼ਨ ਦੀ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਵੇਗੀ। ਇਹਨਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜੀ? ਦੇਖੋ ਜਿਹੜੀ ਚੀਜ਼ ਹੈ ਹਰਸਿਮਰਨ ਸਿੰਮਾ ਦੇ ਬਾਰੇ ਇਹਦੇ ਵੱਲੋਂ ਕਾਫੀ ਬਾਰ ਵੈਪਨ ਲਾ ਕਰਕੇ ਔਰ ਆਪਣੇ ਗਰੁੱਪ ਨੂੰ ਸਪਲਾਈ ਕੀਤੇ ਗਏ ਹੈ ਔਰ ਜਿਹੜੇ ਵੱਖ-ਵੱਖ ਸ਼ਖਸ ਹੈ, ਸਰਬਜੀਤ ਸਾਬੀ ਹੈ, ਚਾਹੇ ਪ੍ਰਿੰਸ ਚਾਰਲਸ ਹੈ ਜਿਹੜਾ ਬਟਾਲੇ ਦੇ, ਇਹਨਾਂ ਵੱਲੋਂ ਵੀ ਜਿਹੜੇ ਵੈਪਨ ਜਿਹੜੇ ਹੈ ਉਹਨਾਂ ਦੇ ਲਈ ਐਮੂਨੀਸ਼ਨ ਵਗੈਰਾ ਅਰੇਂਜ ਕੀਤਾ ਰਹਾ। ਤਾਂ ਸਾਰਾ ਦਾ ਸਾਰਾ ਇਹਨਾਂ ਦਾ ਕਮਿਊਨੀਕੇਸ਼ਨ ਨੈਟਵਰਕ ਹੈ ਜਿਹੜਾ ਕਿ ਕਿਲਿੰਗ ਕਰਦੇ ਨੇ ਕਿ ਪੈਸੇ ਵੀ ਇਕੱਠੇ ਕਰਦੇ ਨੇ। ਨਹੀਂ, ਪੈਸੇ ਇਕੱਠੇ ਕਰਨ ਦਾ ਇਹਨਾਂ ਦਾ ਮੇਨ ਮੋਡਿਊਲ ਹੈ। ਦੇਖੋ ਕਿਲਿੰਗ ਤਾਂ ਜਿਹੜਾ ਹੈ ਬੇਸਿਕਲੀ ਇੱਕ ਤਰੀਕੇ ਸੇ ਇਹ ਆਪਣਾ ਜਿਹੜਾ ਰੈਕੀ ਵਗੈਰਾ ਕਰਦੇ ਹੈ, ਮੈਸੇਜ ਕਰਦੇ ਹੈ, ਲੋਕਾਂ ਨੂੰ ਧਮਕੀਆਂ ਦਿੰਦੇ ਹੈ ਪੈਸੇ ਦੇ ਲਈ, ਜਿਹੜਾ ਮੈਸੇजेस ਪਹੁੰਚਾਉਂਦੇ ਆ ਉਹਦੇ ਬਾਅਦ ਜਿਹੜਾ ਹੈ ਫਿਰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ, ਪਰ ਮੋਸਟਲੀ ਇਹਨਾਂ ਦੇ ਇਹ ਰਹਿੰਦੇ ਦੇਖੋ ਇਹਦੇ ਵਿੱਚ ਜਿਹੜਾ ਹੈ ਪ੍ਰਗਟ ਜੋ ਇੰਗਲੈਂਡ ਦਾ ਰਹਿਣ ਵਾਲਾ ਹੈ ਔਰ ਜੋ ਸੰਦੀਪ ਇੱਥੇ ਫੜਿਆ ਗਿਆ ਹੈ, ਇਹਨਾਂ ਦੇ ਆਪਸ ਵਿੱਚ ਲਿੰਕ ਪਾਏ ਗਏ। ਇਸ ਚੀਜ਼ ਤੇ ਵਰਕ ਕੀਤਾ ਜਾ ਰਿਹਾ ਹੈ ਔਰ ਇਨੀ ਚੀਜ਼ਾਂ ਦੇ ਵਿੱਚ ਅੱਗੇ ਅਸੀਂ ਚੱਲ ਰਹੇ ਹਾਂ। ਹਾਲੇ ਜਿਹੜਾ ਇਹਦੇ ਵਿੱਚ ਪੂਰੀ ਤਰੀਕੇ ਸੇ ਡਿਸਕਲੋਜ਼ਰ ਨਹੀਂ ਕੀਤਾ ਜਾ ਸਕਦਾ, ਪਰ ਸਾਡੇ ਵੱਲੋਂ ਇਸ ਪੱਖੋਂ ਤਫਤੀਸ਼ ਕੀਤੀ ਜਾ ਰਹੀ ਹੈ ਲਗਾਤਾਰ। ਸਰ ਜਿਹੜੀਆਂ ਇਹ ਵਸੂਲੀਆਂ ਹੈਗੇ ਨੇ, ਵਸੂਲੀਆਂ ਕਰਦੇ ਨੇ, ਫਰੌਤੀਆਂ ਮੰਗਦੇ ਹੈਗੇ ਨੇ, ਕਿੰਨੀਆਂ ਕੁ ਫਰੌਤੀਆਂ ਹੁਣ ਤੱਕ ਮੰਗੇ ਨੇ ਜਿਹੜੀਆਂ ਸਾਹਮਣੇ ਆਈਆਂ? ਹਾਲੇ ਤੱਕ ਜਿਹੜਾ ਇਹ ਪਹਿਲੀ ਵਾਰ ਇੱਥੇ ਟਾਰਗੇਟ ਕਰਨ ਆਏ ਸੀ, ਪਰ ਅੰਮ੍ਰਿਤਪਾਲ ਵੱਲੋਂ ਕਾਫੀ ਇੰਸਟੈਂਸਿਸ ਹੈ ਜਿਹੜੇ ਵਿੱਚ ਇਹ ਨਾਮਜ਼ਦ ਹੈ ਔਰ ਪਹਿਲੇ ਵੀ ਇਸਨੇ ਇਸ ਤਰੀਕੇ ਦੀ ਐਕਟੀਵਿਟੀਜ਼ ਕੀਤੀਆਂ। ਅੰਮ੍ਰਿਤਪਾਲ ਕੱਲਾ ਨਹੀਂ ਹੈ, ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਗੋਲਡੀ ਬਰਾੜ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਸੋ ਪਹਿਲੇ ਇਹ ਲਾਰੈਂਸ ਦਾ ਨਾਮ ਇਸਤੇਮਾਲ ਕਰਦੇ ਸੀ, ਫਿਰ ਗੋਲਡੀ
ਜਦੋਂ ਧੀਰੇ ਧੀਰੇ ਹੌਲੀ ਜਿਹੜਾ ਹੈ ਉਹਨੇ ਆਪਣੇ ਟਵੀਟਸ ਵਗੈਰਾ ਪਾਈ, ਹੋਰ ਚੀਜ਼ਾਂ ਜਿਹੜੀ ਨੋਨ ਹੋ ਗਿਆ ਤੇ ਉਹਦੇ ਵੱਲੋਂ ਹੀ ਹੁਣ ਇਸ ਵੇਲੇ ਅੰਮ੍ਰਿਤਪਾਲ ਅੱਗੇ ਆ ਕਰਕੇ ਆਪਣੇ ਵੱਲੋਂ ਕਾਰਵਾਈਆਂ ਜ਼ਿਆਦਾ ਕਰਦਾ ਸਰ ਕਿੱਥੋਂ ਆ ਰਹੇ ਸੀ ਜਿਹੜੇ ਹਥਿਆਰ ਇਹਨਾਂ ਕੋਲੋਂ ਸਰਹੱਦੋਂ ਪਾਰ ਆਏ ਸੀ? ਮੈਂ ਤੁਹਾਨੂੰ ਦੱਸਿਆ ਕਿ ਵੀ ਜਿਹੜਾ ਹਰਸਿਮਰਨ ਸਿੰਮਾ ਹੈ ਇਹ ਬੇਸਿਕਲੀ ਜਿਹੜਾ ਹੈ ਹਥਿਆਰ ਮੱਧ ਪ੍ਰਦੇਸ਼ ਤੋਂ ਲਾ ਕਰਕੇ ਇਸ ਏਰੀਆ ਵਿੱਚ ਇਹਨਾਂ ਨੂੰ ਸਪਲਾਈ ਕਰਦਾ ਸੀ ਔਰ ਇਸ ਗਰੁੱਪ ਦੇ ਕੋਈ ਵੱਡੀ ਗੱਲ ਨਹੀਂ ਹੈ ਕਿ ਬਾਹਰ ਸਾਈਡ ਤੋਂ ਸਰਹੱਦ ਪਾਰੋਂ ਵੀ ਜਿਹੜਾ ਲਿੰਕ ਹੋ ਕਰਕੇ ਹਥਿਆਰ ਉੱਥੋਂ ਵੀ ਮੁਹੱਈਆ ਹੋ ਰਹੇ ਨੇ। ਦੇਖੋ ਡਾਇਰੈਕਟ ਹੁਣ ਤੱਕ ਨਹੀਂ ਹੈ ਸਾਡੇ ਕੋਲ ਜਿਹੜੀ ਇਹਨਾਂ ਦੀ ਪੁੱਛਗਿੱਛ, ਔਰ ਕਿਉਂਕਿ ਮੋਡਿਊਲ ਦੇ ਵਿੱਚ ਹਾਲੇ ਪਹਿਲੀ ਵਾਰ ਇਹਨਾਂ ਨੂੰ ਯਮੁਨਾ ਨਗਰ ਭੇਜਿਆ ਗਿਆ ਸੀ, ਉਹਦੇ ਬਾਅਦ ਇਹਨਾਂ ਨੂੰ ਇਹ ਕਿਹਾ ਗਿਆ ਕਿ ਚਲੋ ਤੁਸੀਂ ਉੱਥੇ ਜਿਹੜਾ ਨਹੀਂ ਹੋ ਪਾਏ ਸਕਸੈਸਫੁਲ, ਪਰ ਇਸ ਤੋਂ ਬਾਅਦ ਅੱਗੇ ਇਹਨਾਂ ਨੂੰ ਬਟਾਲਾ ਜਾ ਕਰਕੇ ਨੈਕਸਟ ਟਾਰਗੇਟ ਦਿੱਤਾ ਜਾਣਾ ਸੀ ਤੇ ਹਰਸਿਮਰਨ ਸਿੰਮਾ ਨੇ ਅੱਗੇ ਇਹਨਾਂ ਨੂੰ ਉੱਥੇ ਠਾਰ ਦੇ ਕਰਕੇ ਅੱਗੇ ਫਿਰ ਗੱਲਬਾਤ ਕਰਨੀ ਸੀ, ਉਸ ਤੋਂ ਪਹਿਲੇ ਹੀ ਇਹ ਫੜੇ ਗਏ। ਅੱਜ ਸਰ ਨਵਾਂ ਪੰਜਾਬ ਪੁਲਿਸ ਦਾ ਜਵਾਨ ਜਾਂ ਕੋਈ ਆਰਮੀ ਦਾ ਜਵਾਨ ਇਹਦੇ ਵਿੱਚ ਦੇਖੋ ਇਹਦੇ ਵਿੱਚ ਅਸੀਂ ਡਿਸਕਲੋਜ਼ਰ ਹਾਲੇ ਤਫਤੀਸ਼ ਹੋ ਰਹੀ ਹੈ, ਬਹੁਤ ਡਿਟੇਲ ਇਸ ਪੱਖੋਂ ਨਹੀਂ ਕਰਨਗੇ, ਪਰ ਜੇਕਰ ਕੋਈ ਇਸ ਤਰੀਕੇ ਦੀ ਚੀਜ਼ ਆਏਗੀ ਇਨ ਡਿਊ ਕੋਰਸ ਅਸੀਂ ਤੁਹਾਨੂੰ ਦੱਸਾਂਗੇ। ਸਰ ਜਿਹੜੀ ਟਾਰਗੇਟ ਕਿਲਿੰਗ ਦੀ ਹੈ ਇਹ ਕਿਸ ਤਰ੍ਹਾਂ ਦੇ ਜਿਹੜੇ ਨੌਜਵਾਨ ਹਾਇਰ ਕਰਦੇ ਸੀ ਜਿਹੜੇ ਬਾਹਰ ਬੈਠੇ ਨੇ ਆਪਣੇ ਅੰਮ੍ਰਿਤਪਾਲ? ਦੇਖੋ ਇਹ ਚੀਜ਼ ਜਿਹੜੀ ਇੰਪੋਰਟੈਂਟ ਹੈ ਸਾਨੂੰ ਸਾਰਿਆਂ ਦੇ ਲਈ, ਇਹਦੇ ਲਈ ਇਹ ਚੀਜ਼ ਇੰਪੋਰਟੈਂਟ ਸਬਕ ਕਿ ਸਾਡੇ ਪੰਜਾਬ ਦੇ ਵਿੱਚ ਹੀ ਨਹੀਂ ਬਾਹਰ ਵੀ ਬੱਚੇ ਇਹੋ ਜਿਹੇ ਹੈ ਜਿਹੜੇ ਕਿ ਵਨਰੇਬਲ ਹੈ, ਜੋ ਗਰੀਬ ਪਰਿਵਾਰਾਂ ਤੋਂ ਆਉਂਦੇ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਜ਼ਿੰਦਗੀ ਵਿੱਚ ਬਹੁਤ ਛੇਤੀ ਅਮੀਰ ਬਣੀਏ, ਅੱਗੇ ਨਿਕਲੀਏ। ਇਹੋ ਜਿਹੇ ਬੱਚੇ ਜਿਹੜੇ ਨੇ ਜੋ ਕਿ ਆਪਸ ਵਿੱਚ ਲੜਾਈ ਝਗੜਿਆਂ ਵਿੱਚ ਪੈ ਜਾਂਦੇ ਹੈ, ਛੋਟੇ ਮੋਟੇ ਕੇਸ ਹੋ ਜਾਂਦੇ। ਮੈਂ ਐਗਜ਼ਾਮਪਲ ਲੈਣਾ ਕਿ ਜਿਹੜਾ ਇਹ ਲੜਕਾ ਜੋ ਮੋਹਿੰਦਰ ਹੈ, ਮੋਹਿੰਦਰ ਡਿੱਕੇ ਜਿਹੜਾ ਹੈ ਪਿੱਛੇ ਭੋਪਾਲ ਦਾ ਰਹਿਣ ਵਾਲਾ ਹੈ ਔਰ ਇੱਥੇ ਪਹਿਲੇ ਆਪਣੇ ਰਿਸ਼ਤੇਦਾਰ ਕੋਲ ਆ ਕਰਕੇ ਕੇਟਰਿੰਗ ਦਾ ਕੰਮ ਚੰਡੀਗੜ੍ਹ ਕਰਨ ਲੱਗਿਆ। ਉੱਥੇ ਜਿਹੜਾ ਹੈ ਇਹਦੇ ਵੱਲੋਂ ਇੱਕ ਝਗੜਾ ਹੋ ਗਿਆ, ਆਪਣੇ ਮੇਨ ਮੈਨੇਜਰ ਜਿਹੜਾ ਇਹਦਾ ਸੀ ਜੋ ਹੈੱਡ ਸੀ ਉਹਨੂੰ ਜਿਹੜਾ ਇੱਕ ਵਾਰ ਉਹਨੇ ਇਹਨੂੰ ਚਪੇੜ ਮਾਰ ਦਿੱਤੀ। ਇਹਨੇ ਜਾ ਕਰਕੇ ਕੇਟਰਿੰਗ ਜਦੋਂ ਹੁੰਦੀ ਉਹਦੇ ਬਾਅਦ ਉਹਨੂੰ ਕੇਅਰ ਕਰਕੇ ਉਹਨੂੰ ਸਿੱਧੇ ਹੀ ਚਾਕੂ ਖਰੀਦਿਆ ਹੋਇਆ ਸੀ, ਇਹਨੇ ਚਾਕੂ ਨਾਲ ਉਹਨੂੰ ਪੇਟ ਤੇ ਵਾਰ ਕੀਤਾ। 307 ਦਾ ਪਰਚਾ ਹੋਣ ਕਰਕੇ 2019 ਦੇ ਵਿੱਚ ਇਹ ਜੇਲ੍ਹ ਚਲਾ ਗਿਆ। ਜੇਲ੍ਹ ਵਿੱਚ ਇਹਨੂੰ ਦੀਪਕ ਜਿਹੜਾ ਆਪਣਾ ਲਾਰੈਂਸ ਸੰਪਤ ਨੇਰਾ ਦਾ ਕਰੀਬੀ ਹੈ, ਉਹ ਜੇਲ੍ਹ ਦੇ ਵਿੱਚ ਇਹਨੂੰ ਟੱਕਰ ਆਇਆ। ਉੱਥੇ ਇਹਨੇ ਉਹਨੂੰ ਰਿਕੁਐਸਟ ਕੀਤੀ ਕਿ ਜੀ ਮੈਨੂੰ ਬੇਲ ਕਰਾਓ, ਇਹਨੂੰ ਬਾਹਰ ਨਿਕਾਲੋ। ਉਹਨੇ ਇਹਨੂੰ ਕਿਹਾ ਕਿ ਵੀ ਤੂੰ ਕੀ ਪਲੈਜ ਕਰਦਾ ਹੈ, ਤੇ ਉਸ ਬੇਸਿਸ ਤੇ ਇਹਨੇ ਪਲੈਜ ਕੀਤਾ ਕਿ ਮੈਂ ਤੁਹਾਡੇ ਗੈਂਗ ਲਈ ਕੰਮ ਕਰਾਂਗਾ ਤੇ ਅੱਗੇ ਜੇਕਰ ਤੁਸੀਂ ਕਹੋਗੇ ਤੇ ਮੈਂ ਕੁਝ ਨਾ ਕੁਝ ਜੋ ਵੀ ਚੀਜ਼ ਕਹੋਗੇ ਉਹ ਕੰਮ ਕਰਕੇ ਦਿਖਾਵਾਂਗਾ। ਸੋ ਜਿਹੜਾ ਦੀਪਕ ਹੈ ਬਨੂੜ ਵਾਲਾ, ਉਹਨੇ ਆ ਕਰਕੇ ਇਹਦੀ ਬੇਲ ਬੂਲ ਅਰੇਂਜ ਕਰਾਈ ਔਰ ਉਹਦੇ ਬਾਅਦ ਜਿਹੜਾ ਹੁਣ ਉਹ ਗੈਂਗ ਇਹਨੂੰ ਇਸਤੇਮਾਲ ਕਰਨ ਲੱਗਿਆ। ਸੋ ਗਰੀਬ ਬੰਦੇ ਕੁਝ ਜਿਹੜਾ ਜਿੱਦਾਂ ਇਹ ਰਮੇਸ਼ ਦੇ ਬਾਰੇ ਗੱਲ ਆਈ ਹੈ, ਰਮੇਸ਼ ਦੇ ਬਾਰੇ ਗੱਲਬਾਤ ਆਈ ਹੈ ਕਿ ਉਹ ਫੇਸਬੁੱਕ ਤੇ ਜਿਹੜਾ ਉਹਨੇ ਅਪਰੋਚ ਕੀਤਾ ਆਪਣੇ ਜਿਹੜੇ ਇਹਨਾਂ ਦੇ ਸਾਥੀਆਂ ਨੂੰ, ਗੋਲਡੀ ਨੂੰ, ਔਰ ਉੱਥੋਂ ਇਹਨਾਂ ਨੂੰ ਪਿਕਅਪ ਕੀਤਾ ਤੇ ਇਹਨੂੰ ਟਾਸਕਿੰਗ ਕੀਤੀ। ਇਸੀ ਤਰੀਕੇ ਸੇ ਜਿਹੜੇ ਦੋ ਬੰਦੇ ਮਲੇਰਕੋਟਲਾ ਵਾਲੇ ਮੈਂ ਤੁਹਾਨੂੰ ਦੱਸੇ ਹੈ, ਜਿਹੜੇ ਨਾਮ ਵਾਰਿਸ ਅਲੀ ਤੇ ਰਫੀ, ਇਹ ਦੋ ਪਤਾ ਚਲੇ ਨੇ। ਇਹਨਾਂ ਨੇ ਵੀ ਡਾਇਰੈਕਟ ਜਿਹੜਾ ਹੈ ਵਾਇਆ ਫੇਸਬੁੱਕ ਅੰਮ੍ਰਿਤਪਾਲ ਨਾਲ ਸੰਪਰਕ ਕੀਤਾ ਕਿ ਵੀ ਅਸੀਂ ਜਿਹੜਾ ਹੈ ਕੁਝ ਤੁਹਾਡੇ ਗੈਂਗ ਨਾਲ ਮਿਲ ਕਰਕੇ ਸ਼ਾਮਿਲ ਹੋਣਾ ਚਾਹੁੰਦੇ। ਸੋ ਐਸੇ ਬਹੁਤ ਸਾਰੇ ਐਗਜ਼ਾਮਪਲ ਸਾਡੇ ਕੋਲ ਆ ਰਹੇ ਹਨ ਜਿੱਥੇ ਕਿ ਬੱਚੇ ਮਿਸਗਾਈਡ ਹੋ ਕਰਕੇ ਔਰ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਵੱਲ ਜਾਈਏ ਤੇ ਸਾਨੂੰ ਜਿਹੜਾ ਹੈ ਜਲਦੀ ਖਿਆਤੀ ਮਿਲੇਗੀ, ਸਾਨੂੰ ਪੈਸਾ ਮਿਲੇਗਾ, ਅਸੀਂ ਜਿਹੜਾ ਵੱਡੇ ਗਰੁੱਪ ਨਾਲ ਹੋ ਜਾਣਗੇ। ਤੁਸੀਂ ਇਹ ਸਾਰੇ ਸਮਝ ਸਕਦੇ ਹੋ ਕਿ ਜਿਹੜੇ ਬੰਦੇ ਬਾਹਰੋਂ ਇਹ ਸਾਰਾ ਆਪਣੇ ਯੂਥ ਨੂੰ ਵਰਗਲਾ ਰਹੇ ਨੇ ਜਾਂ ਜਿਸ ਵੀ ਤਰੀਕੇ ਦੀ ਜਿਹੜੀ ਹੈ ਉਹਨਾਂ ਨੂੰ ਲਿਓਰ ਕਰ ਰਹੇ ਹੈ ਕਿ ਅਸੀਂ ਬਹੁਤ ਜ਼ਿਆਦਾ ਛੇਤੀ ਉਹਨਾਂ ਨੂੰ ਬਾਹਰ ਲੈ ਜਾਣਗੇ, ਪੈਸੇ ਦੇ ਦੇਣਗੇ, ਅਮੀਰ ਬਣਾ ਦੇਣਗੇ, ਉਹ ਆਪ ਤਾਂ ਸਾਰੇ ਕੇ ਸਾਰੇ ਭਗੌੜੇ ਹੋਏ ਸਾਰੇ ਕੇ ਸਾਰੇ ਵਿਦੇਸ਼ਾਂ ਵਿੱਚ ਬੈਠ ਕਰਕੇ ਇਹਨਾਂ ਨੂੰ ਜਿਹੜਾ ਹੈ ਮਿਸਗਾਈਡ ਕਰ ਰਹੇ ਹੈ, ਉੱਥੋਂ ਜਿਹੜਾ ਹੈ ਪੈਸੇ ਦੀ ਉਗਰਾਈ ਕਰ ਰਹੇ ਹੈ, ਇਲੀਗਲ ਐਕਟੀਵਿਟੀਜ਼ ਕਰ ਰਹੇ ਹੈ। ਤੇ ਇਸ ਤਰੀਕੇ ਸੇ ਜਿਹੜਾ ਸਾਡਾ ਯੂਥ ਹੈ ਉਸ ਨੂੰ ਇਹੋ ਜਿਹੀ ਐਕਟੀਵਿਟੀਜ਼ ਤੋਂ ਦੂਰ ਰਹਿਣਾ ਚਾਹੀਦਾ, ਕਿਉਂਕਿ ਲਗਾਤਾਰ ਜਿਹੜੀ ਹੈ ਪੁਲਿਸ ਜੋ ਇੱਥੇ ਜਦੋਂ ਕਾਰਵਾਈ ਕਰਦੀ ਹੈ ਸਾਰੇ ਕੇ ਸਾਰੇ ਲੋਕਲ ਬੰਦੇ ਉਹ ਸਾਰੇ ਫੜੇ ਜਾਂਦੇ ਹੈ ਔਰ ਵਿਦੇਸ਼ ਵਿੱਚ ਬੈਠੇ ਬੰਦੇ ਜਿਹੜੇ ਨੇ ਫਿਰ ਵੀ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ, ਉਹਨਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਔਰ ਮੈਨੂੰ ਲੱਗਦਾ ਹੈ ਉਹ ਵੀ ਜਿਹੜੇ ਜ਼ਿਆਦਾ ਦੇਰ ਤੱਕ ਸੇਫ ਨਹੀਂ ਹੈ, ਉਹਨਾਂ ਨੂੰ ਵੀ ਛੇਤੀ ਇੱਥੇ ਲੈ ਆਇਆ। ਸਰ ਕਿਹੜੀ ਸਟੇਟ ਦੇ ਵਿੱਚ ਸਾਰੇ ਇਹ ਸ਼ਾਰਪ ਸ਼ੂਟਰ ਤਿਆਰ ਬੇਸਿਕਲੀ ਇਹਨਾਂ ਨੇ ਕਿੰਨੀਆਂ ਟਾਰਗੇਟ ਕਿਲਿੰਗਾਂ ਰੋਕੀਆਂ ਨੇ, ਪਤਾ ਲੱਗਿਆ ਕਿ ਕਈਆਂ ਦੇ ਨਾਮ ਵੀ ਦੇਖੋ ਇਹਨਾਂ ਨੇ ਦੱਸੀ ਹੈ ਗੱਲਾਂ, ਸਾਡੇ ਕੋਲ ਹੋਰ ਵੀ 2-3 ਆਏ ਹੈ ਗੱਲ ਜਿਹੜੀ ਕਿ ਅਸੀਂ ਬਹੁਤ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਹਾਈਲਾਈਟ ਹੋ ਜਾਂਦੇ ਬੰਦੇ, ਫਿਰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ। ਪਰ ਸਾਡੇ ਨੌਲੇਜ ਵਿੱਚ ਹੈ ਐਟਲੀਸਟ 3 ਜਗ੍ਹਾ ਦੀ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ, ਪਰ ਟਾਰਗੇਟਸ ਇਹਨਾਂ ਕੋਲ ਹੋਰ ਵੀ ਹੈ। ਇਹ ਲਗਾਤਾਰ ਜਿੱਥੇ ਵੀ ਕਈ ਫੋਨ ਕਰਦੇ ਹੈ, ਜਿੱਥੇ ਕੋਈ ਧਮਕੀਆਂ ਦਿੰਦੇ ਉਹ ਬੰਦੇ ਕਿਸੇ ਨੂੰ ਵੀ ਜਿਹੜਾ ਹੈ ਇਸ ਤਰੀਕੇ ਦੀ ਪ੍ਰੋਬਲਮ। ਸਰ ਇਹ ਪੰਜਾਬ 'ਚ ਕੰਮ ਕਰ ਰਹੇ ਸੀ ਜਾਂ ਇੰਟਰ ਸਟੇਟ ਗੈਂਗ ਕਹਿ ਸਕਦੇ ਹਾਂ? ਇੱਕ ਚੀਜ਼ ਹੋਰ ਮੈਂ ਹਾਈਲਾਈਟ ਕਰਨਾ ਚਾਹੁੰਦਾ ਕਿ ਵੀ ਕਿਉਂਕਿ ਇਹ ਤਾਂ ਚਲੋ ਵਨ ਆਫ ਦੀ ਮੇਨ ਗੈਂਗਸ ਹੈ, ਪਰ ਬਹੁਤੇ ਬੰਦੇ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਕਿ ਫੇਕ ਕਾਲਸ ਬੜੀ ਆਉਂਦੀਆਂ। ਤੋ ਗੱਲ ਇਹ ਰਹਿੰਦੀ ਹੈ ਕਿ ਵੀ ਇਹਨਾਂ ਦਾ ਨਾਂ ਲੈ ਕਰਕੇ, ਗੈਂਗਸਟਰ ਦਾ ਨਾਂ ਲੈ ਕਰਕੇ ਬੜੀ ਸਾਰੀ ਫੇਕ ਕਾਲਸ ਓਰੀਜਿਨੇਟ ਹੁੰਦੀ ਹੈ। ਉਹਨਾਂ ਤੇ ਵੀ ਅਸੀਂ ਵਰਕ ਕਰਦੇ ਹਾਂ, ਇੱਕ ਐਕਸਟੋਰਸ਼ਨ ਕਾਲ ਨੂੰ ਬਹੁਤ ਸੀਰੀਅਸਲੀ ਵਰਕ ਕਰ ਰਹੇ ਹਾਂ ਔਰ ਸਾਡੇ ਵੱਲੋਂ ਹਰ ਹੀਲੇ ਦੇ ਵਿੱਚ ਇਹ ਮਤਲਬ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਜੋ ਕੋਈ ਕਾਲ ਹੈ, ਡੀਜੀ ਸਾਹਿਬ ਦੀ ਹਦਾਇਤ ਹੈ, ਸਾਨੂੰ ਸੀਐਮ ਸਾਹਿਬ ਦੀ ਹਦਾਇਤ ਹੈ ਕਿ ਵੀ ਹਰ ਹਾਲਤ ਦੇ ਵਿੱਚ ਇਹੋ ਜਿਹੇ ਕੇਸਿਸ ਟ੍ਰੇਸ ਕੀਤੇ ਜਾਏ ਐਕਸਟੋਰਸ਼ਨ ਕੇਸਿਸ ਦੇ ਵਿੱਚ,
ਜਿੱਥੇ ਕੋਈ ਬੰਦੇ ਫੇਕ ਕਾਲਿੰਗ ਕਰ ਰਹੇ ਹੈ ਜਾਂ ਅਸਲ ਕਾਲਿੰਗ ਕਰ ਰਹੇ ਹੈ, ਦੋਨੋਂ ਦੇ ਵਿੱਚ ਜਿਹੜਾ ਜੜ ਤੱਕ ਪਹੁੰਚ ਕਰਕੇ ਉਹਨਾਂ ਨੂੰ ਅਰੈਸਟ ਕੀਤਾ। ਸਰ ਜਿਸ ਜਿਸ ਤਰ੍ਹਾਂ- ਤਰ੍ਹਾਂ ਕਤਲकांड ਦਾ ਵੀ ਕੋਈ ਇਹਨਾਂ ਦਾ ਕਨੈਕਟੀਵਿਟੀ ਹੈਗੀ? ਨਹੀਂ ਦੇਖੋ, ਜਨਰਲੀ ਇਹਨਾਂ ਦਾ ਇਸ ਮੋਡਿਊਲ ਦਾ ਜਿਹੜਾ ਉਸ ਨਾਲ ਕੋਈ ਡਾਇਰੈਕਟ ਲਿੰਕ ਕਿਤੇ ਵੀ ਨਹੀਂ ਆਇਆ ਸਰ। ਸਰ ਜਿਸ ਤਰ੍ਹਾਂ ਡੇ ਬਾਈ ਡੇ ਖਾਲਿਸਤਾਨ ਦੇ ਸਲੋਗਨ ਵੀ ਲਿਖੇ ਜਾਂਦੇ ਨੇ, ਕੋਈ ਸਿੱਖ ਫॉर ਜਸਟਿਸ ਨਾਲ ਕਨੈਕਸ਼ਨ ਸਾਹਮਣੇ ਆਇਆ? ਦੇਖੋ ਐਸੀ ਚੀਜ਼ ਨਹੀਂ ਹੈ, ਪਰ ਜਿਹੜੇ ਵੀ ਕੋਈ ਕਨੈਕਸ਼ਨਸ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ। ਇਹਨਾਂ ਦੇ ਕੁਝ ਕਨੈਕਸ਼ਨਸ ਹੈ ਜਿਨ੍ਹਾਂ ਤੇ ਵਰਕ ਕੀਤਾ ਜਾ ਰਿਹਾ ਹੈ, ਔਰ ਮੈਂ ਇਸ ਵੇਲੇ ਤਫਤੀਸ਼ ਅਧੀਨ ਹੋਣ ਕਰਕੇ ਜ਼ਿਆਦਾ ਡਿਸਕਲੋਜ਼ਰ ਨਹੀਂ ਕਰ ਸਕਦਾ। ਥੈਂਕ ਯੂ। ਸਰ ਇਸ ਕੇਸ ਨੂੰ ਕਿੰਨੀ ਗੰਭੀਰਤਾ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ ਜਾਂ ਪੁਲਿਸ ਵੱਲੋਂ? ਨਹੀਂ ਦੇਖੋ, ਸਾਡੇ ਕੋਲ 13 ਬੰਦੇ ਹਾਲੇ ਤੱਕ ਅਰੈਸਟ ਕਰ ਲਏ ਗਏ, 5 ਹਥਿਆਰ 53 ਜਿਹੜੇ ਰਾਉਂਡ ਹੈ ਉਹ ਰਿਕਵਰ ਕੀਤੇ ਗਏ। ਇਹਨਾਂ ਦਾ ਮੇਜਰ ਮੋਡਿਊਲ ਜਿਹੜਾ ਇੱਥੇ ਹੀ ਨਹੀਂ, ਜੋ ਹਮਲੋ ਖੰਨਾ, ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ, ਬਟਾਲਾ ਸ਼ਹਿਰ, ਸਾਰੀ ਜਗ੍ਹਾ ਦੇ ਵਿੱਚ ਆਪਰੇਟ ਕਰਦਾ ਪਿਆ ਸੀ। ਇੰਟਰਸਟੇਟ ਆਰਮ ਸਮਗਲਿੰਗ ਵਿੱਚ ਇਨਵੋਲਵ ਸੀ। ਉਹਨਾਂ ਸਾਰਿਆਂ ਨੂੰ, ਈਵਨ ਜਿਹੜੇ ਮਨੀ ਟ੍ਰਾਂਸਫਰ ਦੇ ਰਿਲੇਟਡ ਇਹਨਾਂ ਦੇ ਜਿਹੜੇ ਜ਼ਰੀਏ ਸੀ, ਉਹਨਾਂ ਸਾਰਿਆਂ ਨੂੰ ਪਲੱਗ ਕੀਤਾ। ਔਰ ਅਸੀਂ ਪੂਰੀ ਕੋਸ਼ਿਸ਼ ਵਿੱਚ ਹੈ ਕਿ ਇਹਨਾਂ ਦੇ ਜਿਹੜੇ ਗਰੁੱਪ ਦੇ ਜਿਹੜੇ ਸਾਰੇ ਜਿੱਥੇ ਵੀ ਕਨੈਕਸ਼ਨਸ ਹੈ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਕੇ ਭਾਈ ਸਾਹਿਬ ਤੁਸੀਂ ਜਿਹੜੀ ਇਹ ਟੀਮ ਨੇ ਸਰ- ਪਰ ਕਿੰਨੇ ਬੰਦੇ ਸਨ ਟਾਰਗੇਟ ਤੇ? ਟਾਰਗੇਟ ਤੇ ਅੰਦਾਜ਼ਾ ਕਿੰਨੇ ਸਨ? ਨਹੀਂ ਬੰਦੇ ਟਾਰਗੇਟ ਤੇ ਕਾਫੀ ਸੀ, ਪਰ ਅਸੀਂ ਜਿਹੜਾ ਐਗਜ਼ੈਕਟ ਨਹੀਂ ਤੁਹਾਨੂੰ ਦੱਸ ਸਕਦੇ, ਕਿਉਂਕਿ ਇਹਨਾਂ ਦੇ ਐਗਜ਼ੈਕਟ ਇਹਨਾਂ ਨੂੰ ਸਾਰਿਆਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ। ਇਹਨਾਂ ਨੂੰ ਮੌਕੇ ਤੇ ਹੀ ਦੱਸਿਆ ਜਾਂਦਾ ਹੈ, ਪਰ ਜਿਹੜਾ ਸਾਨੂੰ ਪਤਾ ਐਟਲੀਸਟ 2-3 ਸ਼ਖਸ ਤਾਂ ਇਹਨਾਂ ਨੇ ਜਿਹੜਾ ਡਾਇਰੈਕਟਲੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਤੇ ਰੱਕੀ ਰੁਕੀ ਇਹ ਕਰ ਚੁੱਕੇ ਸੀ। ਸਰ ਜਿਹੜੀ ਟੀਮ ਨੇ ਬਸਟ ਕੀਤਾ ਗੈਂਗ, ਉਹਨਾਂ ਦੀ ਜਿਹੜੀ ਆ ਪ੍ਰਮੋਸ਼ਨ ਜਾਂ ਹੌਸਲਾ ਅਫਜ਼ਾਈ? ਦੇਖੋ ਜੋ ਵੀ ਹੋਊਗਾ ਡਿਪਾਰਟਮੈਂਟਲੀ ਅਸੀਂ ਜ਼ਰੂਰ ਕਰਦੇ ਹੀ ਹੁੰਦੇ ਹਾਂ, ਔਰ ਇਹਨਾਂ ਨੂੰ ਜੋ ਸਾਡੇ ਵੱਲੋਂ ਤੋਂ ਮਤਲਬ ਅਪਰੀਸੀਏਸ਼ਨ ਤਾਂ ਦਿੱਤੀ ਜਾਏਗੀ ਗਸਟਡ ਆਫੀਸਰਸ ਨੂੰ। ਬਾਕੀ ਵੀ ਜੋ ਹੋਊਗਾ ਵੀ ਵਿਲ ਸੀ ਕਿ ਵਟਐਵਰ ਬੈਸਟ ਰਿਵਾਰਡਸ ਆਰ ਪੋਸੀਬਲ ਇਹਨਾਂ ਨੂੰ ਦਿਵਾਏ ਜਾਣ। ਥੈਂਕ ਯੂ ਸਰ। ਥੈਂਕ ਯੂ। ਖੈਰ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ।